नानक नाम मिले बड़ियाई, एदों उपर कर्म नहीं। जे घर हुंदे मंगण जाइए, फिर अलांभा मिला तई। बाबा जी किरपा करते हैं। अज दुनिया ते किहदी वडियाई है? वडियाई है सच्चे नाम की। गुरु नानक देव जी महाराज इस धरती ते आए, 10 गुरु आए, साडे वास्ते बहुत बड़ा परोपकार कीता। केड़ा परोपकार? साडे बड़ी बड़ी बख्शिश कर दी। जे अज वो बख्शिश ना करदे, हो सकदा है असी खेरू खेरू होए हुंदे। गुरु नानक देव जी महाराज ने जेड़ा वचन कीता सी, जिते रंधावे दे खूह ते बई असी 10 जामे पहिरांगे, 10 प्रगट 74 जामे संतां दे रूप विच आवांगे। उस वचन नूं मुख रख के गुरु कलगीधर पातशाह ने गुरु ग्रंथ साहब की दुबारे रचना की। साबो की तलवंडी दमदमा साहब जंगा युद्धां दे विच दी हुंदे होए कित्थे गए? नदेड़ साहब। उत्थे जाके संगतां नूं जदों समा बन गया, बचन कीता, भाई असी 5 भूत के शरीर चोला बदल देना। संगतां बड़ियां नाराज होईयां। गुरु कलगीधर पातशाह कहन लगे, खालसा जी नाराज नहीं होना, सोनू यहो जे गुरु दे लड़ ला के जाऊं जेड़े जन्म मरण तो रहत होणगे। की कृपा कीती? उच्चा थड़ा बनवा लिया, गुरु ग्रंथ साहब का प्रकाश कर लिया। गुरु साहब ने संबोधन करके गुरु कलगीधर पातशाह ने 5 सिंघां दी हाजरी विच की वचन कीता? आग्या भई अकाल की, तभी चलायो पंथ, सब सिखन को हुक्म है, गुरु मान्यो ग्रंथ। असी रोज पढ़ते हैं, गुरु ग्रंथ जी मान्यो, प्रगट गुरां की दे, जो प्रभु को मिल बोच है, खोज शब्द मैं ले। बाबा जी कृपा करते सी, प्रगट है। किवें प्रगट है? बाबा नंद सिंह जी महाराज का वचन, जिन्हां ने गुरु नानक दे दर्शन कीते, मेरा मालिक मेरा गुरु नानक कित्थे है? आए वचन करते सी, कित्थे है? गुरु ग्रंथ साहब दे विच हाजर नाजर है। जिसकी बाणी तिस मैं समाणी। बाणी विच समाए होए है। वरतदे किहदे राही है? किसे लोभी लालचियां राही नहीं वरतदे, जीवन तो गिरिया राही नहीं वरतदे, ते वरतदे भी है। किहदे राही वरतदे है? सास ग्रास ना विछड़ै, हर नामै मन मंत, धन से सेई नानका, पूरन सोई संत। अपने प्यारिਆਂ राही वरतदे है। नानक गुप्त वरतदा, प्रगट संत जना। अपने प्यारिਆਂ राही प्रगट है। अज गुरुद्वारा नानकसर ठाठ गुलाबी बाग, कई संगतां कह दिंदियां
ਬਈ ਇਸ ਗੱਲ ਦੀ ਸਮਝ ਨਹੀਂ ਆਈ ਬਈ ਠਾਠ ਕਿਉਂ ਕਹਿੰਦੇ ਆ। ਨਾਨਕਸਰ ਕਲੇਰਾਂ ਵਾਲਾ ਗੁਰਦੁਆਰਾ ਹੈ, ਉਹਨੂੰ ਵੀ ਠਾਠ ਕਿਹਾ ਜਾਂਦਾ ਬੈਕ ਸਾਈਡ। ਜਿਸ ਟਾਈਮ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਉਹ ਜਗ੍ਹਾ ਨੂੰ ਤਮੀਲ ਕੀਤਾ, ਪੱਕਾ ਸਥਾਨ ਬਣਾਇਆ, ਗੁਰੂ ਘਰ ਬਣਾਇਆ, ਹੁਕਮਨਾਮਾ ਆਇਆ ਸੀ, ਗੁਰ ਪੂਰੇ ਠਾਠ ਬਣਾਇਆ, ਤਾਂ ਨਾਮ ਮਗਰ ਠਾਠ ਰੱਖਿਆ ਹੋਇਆ। ਵਡਿਆਈ ਸੱਚੇ ਨਾਮ ਕੀ, ਹਉ ਜੀਵਾ ਸੁਣ ਸੁਣੇ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਦਿੱਲੀ ਵਿੱਚ ਬੜਾ ਟਾਈਮ ਲਾਇਆ, ਸੰਗਤਾਂ ਵਿੱਚ ਬੜਾ ਵਿਚਰੇ, ਬੜਾ ਸਮਾਂ ਦਿੱਤਾ, ਸਾਡੇ ਤੇ ਬਖਸ਼ਿਸ਼ ਕੀਤੀ। ਉਹਨਾਂ ਦੀ ਸੇਵਾ ਕਰਨ ਵਾਲੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਆਹ ਗੁਲਾਬੀ ਬਾਗ ਗੁਰਦੁਆਰਾ ਨਾਨਕਸਰ ਨੂੰ ਭਾਗ ਲਾਏ। ਸਾਡੇ ਦਿੱਲੀ ਦੇ ਵਿੱਚ ਬਹੁਤ ਗੁਰੂ ਘਰ ਹੈ। ਗੁਰੂ ਘਰ ਕਾਹਦੇ ਵਾਸਤੇ ਹੈ? ਇੱਕ ਸਾਡੇ ਲਈ ਸਿਖਲਾਈ ਦਾ ਕੇਂਦਰ ਹੈ, ਧਰਮ ਦਾ ਸਕੂਲ ਹੈ। ਇੱਥੋਂ ਸਾਨੂੰ ਚੰਗੀ ਸਿੱਖਿਆ ਮਿਲਦੀ ਹੈ, ਗੁਰੂ ਨਾਲ ਜੁੜਨ ਦੀ ਸਿੱਖਿਆ ਮਿਲਦੀ ਹੈ, ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ। ਪਰ ਜਿਹੜਾ ਇਹ ਸਥਾਨ ਹੈ ਗੁਲਾਬੀ ਬਾਗ, ਇਸ ਜਗ੍ਹਾ ਤੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਮੁਬਾਰਕ ਪਾਏ ਆ। ਜਦੋਂ ਇੱਥੇ ਕਿਸੇ ਟਾਈਮ ਬਾਗ ਹੁੰਦਾ ਸੀ ਖੁੱਲਾ, ਇੱਥੇ ਥੜਾ ਬਣਿਆ ਹੋਇਆ ਸੀ। ਜਿਹੜੇ ਸੇਵਾਦਾਰ ਦੀ ਇਹ ਜਗ੍ਹਾ, ਉਸ ਨੇ ਬੇਨਤੀ ਕੀਤੀ ਸੰਗੀਆਂ ਰਾਹੀਂ, ਬਾਬਾ ਜੀ ਕਿਰਪਾ ਕਰੋ ਸਾਡੇ ਉਹ ਬਾਗ ਵਿੱਚ ਚਰਨ ਪਾਓ। ਬਾਬਾ ਜੀ ਨੇ ਸਮਾਂ ਦੇ ਦਿੱਤਾ। ਸਾਡੇ ਰਾਗੀ, ਬਹੁਤ ਵੱਡੇ ਹੈਡ ਰਾਗੀ ਬਾਬਾ ਈਸਰ ਸਿੰਘ ਜੀ ਮਹਾਰਾਜ, ਉਹਨਾਂ ਦੀ ਹਜ਼ੂਰੀ ਵਿੱਚ ਸੇਵਾ ਕਰਨ ਵਾਲੇ ਬਾਬਾ ਕੇਰ ਸਿੰਘ ਜੀ, ਉਹਨਾਂ ਦੇ ਨਾਲ 20-25 ਸਿੰਘ, ਤੇ ਆਪ ਉਹਨਾਂ ਨੇ ਫਿਰ ਇੱਥੇ ਕੀਰਤਨ ਕੀਤਾ। ਜਿਵੇਂ ਮੋਹਲੇ ਧਾਰ ਮੀਂਹ ਪੈਂਦਾ ਹੁੰਦਾ, ਇਸ ਤਰ੍ਹਾਂ ਫਿਰ ਬਾਰਿਸ਼ ਪੈਂਦੀ ਸੀ ਨਾਮ ਦੀ। ਤੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ 1959 ਵਿੱਚ ਫਿਰ ਇਸ ਜਗ੍ਹਾ ਤੇ ਬਚਨ ਕੀਤੇ। ਐਸੇ ਵਚਨ ਕੀਤੇ, ਉਹ ਸੇਵਾਦਾਰ ਨੇ ਉੱਠ ਕੇ ਬੇਨਤੀ ਕੀਤੀ, ਬਾਬਾ ਜੀ ਮੇਰੀ ਇੱਕ ਬੇਨਤੀ ਹੈ। ਭਾਈ ਕੀ ਬੇਨਤੀ ਹੈ? ਬਾਬਾ ਜੀ ਇਹ ਜਿਹੜੀ ਜਗ੍ਹਾ ਹੈ, ਇਹ ਜਗ੍ਹਾ ਤਾਂ ਐ ਲੱਗਦੀ ਹੈ ਬਈ ਹੁਣ ਇਹ ਗੁਰੂ ਘਰ ਹੀ ਬਣ ਜਾਵੇ। ਇਹ ਮੇਰੀ ਬੇਨਤੀ ਹੈ। ਕਿੱਡੀ ਜਗ੍ਹਾ ਹੈ ਇਹ, ਕੈਸਾ ਉਹ ਸੇਵਾਦਾਰ ਦਾ ਗੁਰੂ ਸਾਹਿਬ ਨੇ ਮਨ ਨੂੰ ਪ੍ਰੇਰਨਾ ਕੀਤੀ। 2-3 ਵਾਰੀ ਕਹਿਣ ਦੇ ਨਾਲ ਸੰਗੀਆਂ ਨੇ ਬੇਨਤੀ ਕੀਤੀ, ਤਾਂ ਬਾਬਾ ਜੀ ਨੇ ਕਿਹਾ ਭਾਈ ਕੋਈ ਨਾ ਕੋਈ ਸੇਵਾਦਾਰ ਵੀ ਛੱਡਣਾ ਪਵੇਗਾ। ਤੇ ਜਿਹੜੇ ਆਪਣੇ ਭਾਈ ਅਮਰ ਸਿੰਘ ਸੀ, ਬਾਬਾ ਅਮਰ ਸਿੰਘ ਕਹਿ ਦਈਏ, ਜਿਨ੍ਹਾਂ ਨੇ ਮਹਾਨ ਸੇਵਾ ਕੀਤੀ ਹੈ, ਬੰਗਾਲੀ ਕਹਿੰਦੇ ਸੀ ਉਹਨਾਂ ਨੂੰ, ਉਹਨਾਂ ਦਾ ਡਿਊਟੀ ਲੱਗ ਗਈ ਬਈ ਇਹ ਇੱਥੇ ਸੇਵਾ ਨਿਭਾਉਣਗੇ। ਸੋਨੂੰ ਦਿੱਲੀ ਵਾਲੀਆਂ ਸੰਗਤਾਂ ਨੂੰ ਪਤਾ ਹੈ, ਉਹਨਾਂ ਨੇ ਸੇਵਾ ਕੀਤੀ। ਕਿਸੇ ਟਾਈਮ ਬਾਬਾ ਜੀ ਉੱਥੇ ਗਏ ਸੀ, ਇੱਧਰ ਬੰਗਾਲ ਕੰਨੀ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ ਉੱਥੇ ਅੰਮ੍ਰਿਤ ਛਕਾਇਆ ਸੀ ਬੰਗਾਲ ਵਿੱਚ। ਉੱਥੇ ਆ ਸੱਪੜਾਂ ਨੂੰ ਪੋਖਰ ਵੀ ਕਹਿੰਦੇ ਆ। ਜਿਵੇਂ ਬਾਣੀ ਵਿੱਚ ਵੀ ਆਉਂਦਾ, ਕਬੀਰਾ ਸਮੁੰਦ ਨਾ ਸੋਢੀਐ, ਜੇ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ, ਭਲੋ ਨਾ ਕਹਿਓ ਕੋਈ। ਬਾਬਾ ਜੀ ਨੇ ਕਿਰਪਾ ਕਰਨੀ, ਸਮੁੰਦਰ ਵਾ ਭਾਵੇਂ ਉਹਦਾ ਪਾਣੀ ਖਾਰਾ ਹੈ, ਪਰ ਅਸੀਂ ਸਮੁੰਦਰ ਨਹੀਂ ਛੱਡਣਾ।
ਜਿਹੜੇ ਪੋਖਰ ਵਾ ਉਹ ਛੋਟੇ ਛੋਟੇ ਸਪੜੀਆਂ ਹੁੰਦੀਆਂ ਸੀ, ਉਹਨਾਂ ਵਿੱਚ ਡੱਡੂ ਮੱਸੀਆਂ ਬੰਗਾਲੀਆਂ ਨੇ ਪਾਲਣੀਆਂ, ਉਹ ਕੱਢ ਕੱਢ ਕੇ ਖਾਈ ਜਾਣੀਆਂ, ਉਹਨਾਂ ਨੂੰ ਪੋਖਰ ਕਹਿੰਦੇ ਸੀ। ਇਹ ਹੈ ਇੱਕ ਸਮੁੰਦਰ ਨਾਨਕਸਰ ਕਲੇਰਾ, ਜਿੱਥੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਆਪਣੀ ਤਪੱਸਿਆ ਕਰਕੇ ਉਥੋਂ ਸਭ ਸੰਗਤਾਂ ਨੂੰ, ਜਿਵੇਂ ਭਾਖੜਾ ਡੈਮ ਤੋਂ ਮੋਟੀਆਂ ਪਤਲੀਆਂ ਤਾਰਾਂ ਆਉਂਦੀਆਂ, ਸਾਰੇ ਉਹ ਜਗ੍ਹਾ ਤੋਂ ਤਾਕਤ ਲੈਂਦੇ ਆ। ਜੇ ਅੱਜ ਬਾਬਾ ਆਨੰਦ ਸਿੰਘ ਜੀ ਦਾ ਨਾਂ ਕੋਈ ਨਾ ਲਵੇ ਤਾਂ ਉਹ ਤੋਂ ਗਾਹਾਂ ਨਹੀਂ ਤੁਰਿਆ ਜਾਂਦਾ। ਇਸ ਤਰ੍ਹਾਂ ਬਾਬਾ ਜੀ ਨੇ ਕਿਰਪਾ ਕੀਤੀ। ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਉਹ ਤਪੱਸਿਆ ਕੀਤੀ, ਬਾਬਾ ਜੀ ਨੇ ਮਿਹਰਾਂ ਕੀਤੀਆਂ, ਆਪਣਾ ਰੂਪ ਬਣਾਇਆ। ਬਾਬਾ ਈਸਰ ਸਿੰਘ ਜੀ ਮਹਾਰਾਜ ਨੂੰ ਬਾਬਾ ਜੀ ਨੇ ਲੱਖਾਂ ਦੁਨੀਆ ਨੂੰ ਭਾਈ ਗੁਰੂ ਵਾਲੇ ਪਾਸੇ ਜੋੜਿਆ, ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ। ਆ ਜਿਹੜੀ ਜਗ੍ਹਾ ਜਿੱਥੇ ਆਪਾਂ ਨਵੀਂ ਜਗ੍ਹਾ ਬਣਾਈ ਹੈ, ਉੱਥੇ ਦੱਸਦੇ ਆ ਪਾਠ ਰੱਖੇ ਸੀ, 2-3 ਕੋਤਰੀਆਂ ਹੋਈਆਂ ਤੇ ਬਾਬਾ ਜੀ ਦੇ ਗੂਠੇ ਉੱਤੇ ਜ਼ਖਮ ਸੀ। ਬਾਬਾ ਜੀ ਤੋਂ ਤੁਰਿਆ ਨਾ ਜਾਇਆ ਕਰੇ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਤੋਂ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਇੱਕ ਆਪਣੇ ਜੀਤਾ ਸਿੰਘ ਫੇਰੂ ਰਾਈ ਤੋਂ ਜਿਹੜਾ ਬਾਬਾ ਜੀ ਦਾ ਹਜੂਰ ਗਿਆ ਸੀ, ਬਾਬਾ ਜੀਆਂ ਨੇ ਐ ਪਾ ਕੇ ਨਾ ਕਲੰਗੜੀ ਉੱਤੇ ਤੌਲੀਆ ਰੱਖ ਕੇ ਬਾਬਾ ਜੀ ਨੂੰ ਐ ਚੱਕ ਕੇ ਲਿਜਾਣਾ। ਪਰ ਬਾਬਾ ਜੀ ਬਚਨ ਜ਼ਰੂਰ ਕਰਦੇ ਸੀ ਸੰਗਤ ਦੇ ਵਿੱਚ, ਐਨੇ ਖੁਸ਼ੀ ਦੇ ਤੇ ਪਿਆਰ ਦੇ ਵਚਨ ਕਰਨੇ, ਭਾਈ ਮੇਰਾ ਮਾਲਕ ਸਦਾ ਲਈ ਹਾਜ਼ਰ ਵਾ ਹਾਜ਼ਰ, ਸੰਗਤ ਜੀ ਡੋਲਣਾ ਨਹੀਂ, ਤਕੜੇ ਰਹਿਣਾ। ਇਹੋ ਜੀ ਕਿਰਪਾ ਕਰਦੇ ਸੀ, ਸੰਗਤਾਂ ਬਾਗੋ ਬਾਗ ਹੋ ਜਾਂਦੀਆਂ ਸੀ। ਬਾਬਾ ਜੀ ਨੇ ਕਿਰਪਾ ਕਰਨੀ, ਭਾਈ ਇਹ ਗੁਲਾਬੀ ਬਾਗ, ਗੁਲਾਬ ਦਾ ਫੁੱਲ ਖਿੜੇਗਾ ਤੇ ਸਭ ਸੰਗਤਾਂ ਖੁਸ਼ਬੂ ਲੈਣਗੀਆਂ। ਉਹ ਕਿਹੜਾ ਫੁੱਲ? ਆ ਸੱਚਖੰਡ ਦਰਬਾਰ ਬਣ ਗਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ। ਅੱਜ 26 ਖੰਡ ਪਾਠਾਂ ਦੇ ਕੱਲ ਨੂੰ ਭੋਗ ਪਾਏ ਜਾਣੇ ਆ। ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਤੇ ਬਾਬਾ ਈਸਰ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ। ਇਹ ਕਿਰਪਾ ਜਿਨ੍ਹਾਂ ਸੰਗਤਾਂ ਨੂੰ ਇਹ ਸੇਵਾਵਾਂ ਮਿਲਦੀਆਂ, ਇਹ ਸਮਾਂ ਮਿਲਦਾ, ਇੱਥੇ ਟਾਈਮ ਲਾਉਣ ਦਾ ਸਮਾਂ ਮਿਲਦਾ, ਅਸੀਂ ਇੱਕ ਵਾਅਦੇ ਨਾਲ ਵਚਨ ਕਹਿ ਸਕਦੇ ਹਾਂ, ਉਹਨਾਂ ਦਾ ਦਰਗਾਹ ਵਿੱਚ ਰਜਿਸਟਰ ਤੇ ਨਾਂ ਲਿਖਿਆ ਜਾਣਾ ਬਈ ਆਹ ਟਾਈਮ ਗੁਰੂ ਘਰ ਦੇ ਵਿੱਚ ਤੁਸੀਂ ਭਾਈ ਲਾਇਆ ਸੀ। ਕਿਉਂ? ਗੁਰੂ ਸਾਹਿਬ ਦੇ ਹਜ਼ੂਰ ਬੈਠੇ ਹੋ। ਸਾਡੇ ਚਮਨ ਲਾਲ ਜੀ ਵੀ ਆ ਗਏ ਆ ਤੇ ਉਹਨਾਂ ਨੇ ਵੀ ਤੁਹਾਨੂੰ ਕਿਰਪਾ ਕਰਨੀ ਹੈ, ਸੋਹਣੇ ਬਚਨ ਕੀਰਤਨ ਸੁਣਾਉਣਾ। ਜਿਵੇਂ ਕਲਯੁਗ ਮੇ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਜਿੰਨੇ ਵੀ ਰਿਖੀ ਮੁਨੀ ਹੋਏ ਆ ਸਾਰਿਆਂ ਨੇ ਕੀਤਾ ਤੇ ਸਾਰਿਆਂ ਨੇ ਸੁਣਿਆ। ਕਿਸੇ ਨੇ ਬਾਂਸਰੀਆਂ ਨਾਲ ਕਰ ਲਿਆ, ਕਿਸੇ ਨੇ ਤੂੰਬੀਆਂ ਨਾਲ ਕਰ ਲਿਆ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਫਿਰ ਭੰਡਾਰੇ ਹੀ ਖੋਲ ਦਿੱਤੇ। ਉਹਨਾਂ ਨੇ ਮਰਦਾਨੇ ਨੂੰ ਰਵਾਬ ਦੇ ਦਿੱਤਾ, ਰਵਾਬ ਨਾਲ ਕੀਰਤਨ ਸੁਣਿਆ, ਬਾਣੀ ਉਚਾਰਨ ਕੀਤੀ ਤੇ ਅੱਗੇ ਬਾਬਾ ਜੀ ਨੇ ਫਿਰ ਐਡੀ ਕਿਰਪਾ ਕਰਤੀ। ਹੁਣ ਤੁਸੀਂ ਸੰਗਤਾਂ ਰੋਜ਼ ਕੀਰਤਨ ਸੁਣਦੇ ਹੋ ਸੁਬਾਹ ਸ਼ਾਮ। ਇਹ ਵੱਡੀ ਮਹਾਨ ਕਿਰਪਾ ਹੈ। ਕਲਯੁਗ ਮੇ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜਿਨ੍ਹਾਂ ਦੀ ਯਾਦ ਵਿੱਚ ਅਸੀਂ ਇਹ ਵਰਸੀ ਦਾ ਦਿਹਾੜਾ ਮਨਾ ਰਹੇ ਹਾਂ, ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਇਹਨਾਂ ਮਹਾਂਪੁਰਸ਼ਾਂ ਨੇ ਇੰਨੀ ਸੇਵਾ ਕੀਤੀ ਹੈ ਜਿਹੜੀ ਕਹਿਣ ਕਥਨ ਤੋਂ ਬਾਹਰ ਵਾ। ਸਨ 1950 ਤੋਂ ਲੈ ਕੇ ਬਾਬਾ ਜੀ ਨੇ 7 ਸਾਲ ਗਾਗਰ ਦੀ ਸੇਵਾ ਕੀਤੀ। ਗਾਗਰ ਦੀ
ਜਿਵੇਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਜਦੋਂ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਆਏ ਨਾ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਬਾਬਾ ਜੀ ਕਿਰਪਾ ਕਰਦੇ ਸੀ, ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਗਏ ਤਾਂ ਉੱਠ ਕੇ ਗੁਰੂ ਸਾਹਿਬ ਮੂਹਰਿਓਂ ਘੋੜੀ ਫੜਨ ਗਏ। ਜਦੋਂ ਫੜ ਘੋੜੀ, ਉਹ ਉੱਤਰ ਕੇ ਕਹਿੰਦੇ, ਨਹੀਂ ਮਹਾਰਾਜ, ਮੈਂ ਤਾਂ ਸੋਨੂੰ ਗੁਰੂ ਧਾਰਨ ਵਾਸਤੇ ਆਇਆ, ਸੇਵਾਦਾਰ ਬਣ ਕੇ। ਮੈਂ ਕੋਈ ਕੁੜਮਾਚਾਰੀ ਵਾਸਤੇ ਨਹੀਂ ਆਇਆ। ਮੇਰੇ ਤੇ ਬਸ ਐਸੀ ਦ੍ਰਿਸ਼ਟੀ ਤੇ ਮਿਹਰ ਕਰ ਦਿਓ, ਮੈਨੂੰ ਸੱਚੇ ਪਾਤਸ਼ਾਹ ਆਪਣੀ ਸੇਵਾ ਵਿੱਚ ਲਾ ਲਓ। ਇੰਨੀ ਨਿਮਰਤਾ, ਇੰਨਾ ਪਿਆਰ ਤੇ ਇੰਨੀ ਸਰਧਾ ਦੇ ਨਾਲ ਗੁਰੂ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਮੱਥਾ ਟੇਕ ਦਿੱਤਾ, ਸੀਸ ਨਵਾ ਦਿੱਤਾ। ਤੇ ਗੁਰੂ ਸਾਹਿਬ ਨੇ ਫਿਰ ਕੀ ਸੇਵਾ ਕੀਤੀ? ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹੜੀ ਸੇਵਾ ਬਖਸ਼ੀ? ਕੋਈ ਰਿਸ਼ਤੇਦਾਰ ਸਮਝ ਕੇ ਨਿਕਟ ਵਰਤੀ ਕੋਲੇ ਨਹੀਂ ਬਹਾ ਕੇ ਸੇਵਾ ਕਰਾਈ, ਕੋਈ ਸੌਖੀ ਜੀ ਸੇਵਾ ਨਹੀਂ ਦਿੱਤੀ। ਦੇਖੋ, ਜਿਹਨੇ ਕੁਛ ਲੈਣਾ ਹੁੰਦਾ ਉਹਨੂੰ ਕੀ ਸੇਵਾ ਮਿਲਦੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ, ਪੁਰਖਾ ਜੇ ਸੇਵਾ ਕਰਨ ਆਇਆ ਤੇ ਫਿਰ ਗਾਗਰ ਦੀ ਸੇਵਾ ਕਰ। ਗੁਰੂ ਅਮਰਦਾਸ ਜੀ ਮਹਾਰਾਜ ਨੇ 11 ਸਾਲ ਗਾਗਰ ਦੀ ਸੇਵਾ ਕੀਤੀ। ਹਰ ਰੋਜ਼ ਜਾਣਾ, 3 ਕਿਲੋਮੀਟਰ ਤੋਂ ਪਾਣੀ ਲੈ ਕੇ ਆਉਣਾ। ਦੱਸਦੇ ਆ ਪੁੱਠੇ ਤਰੀਕੇ ਨਾਲ ਜਾਣਾ ਤੇ ਸਿੱਧੇ ਨਾਲ ਗਾਗਰ ਭਰ ਕੇ ਪਹਿਲਾਂ ਚੂੰਬਾ ਮਾਰਨਾ, ਆਪ ਇਸ਼ਨਾਨ ਕਰਨਾ, ਫਿਰ ਗਾਗਰ ਭਰ ਜਾਣੀ, ਉਵੇਂ ਹੀ ਚੱਕ ਕੇ ਲਿਆਉਣੀ। ਇੱਕ ਦਿਨ ਹਨੇਰਾ ਹੋਇਆ, ਹਨੇਰੀ ਵਗੀ, ਕਿਉਂ ਪ੍ਰੀਖਿਆ ਦਾ ਸਮਾਂ ਹਰ ਇੱਕ ਸੇਵਾਦਾਰ ਤੇ ਆਉਂਦਾ। ਤੇ ਰਸਤੇ ਵਿੱਚ ਆ ਰਹੇ ਆ, ਇੱਕ ਆਪਣਾ ਉਹ ਖੱਡੀਆਂ ਵਾਲਿਆਂ ਦਾ, ਜਲਾਹਿਆਂ ਦਾ ਖੱਡੀ ਟੋਆ ਪੁੱਟਿਆ ਹੋਇਆ ਸੀ, ਉਹਦੇ ਵਿੱਚ ਗੁਰੂ ਸਾਹਿਬ ਦਾ ਚਰਨ ਪੈ ਗਿਆ, ਪਰ ਗਾਗਰ ਨਹੀਂ ਡਿੱਗਣ ਦਿੱਤੀ। ਖੜਕਾਟ ਹੋਇਆ। ਉਸ ਜਲਾਹੇ ਨੇ ਪੁੱਛਿਆ ਜਲਾਹੀ ਨੂੰ, ਬਈ ਕੀ ਖੜਕਾ ਕਿਹਦਾ ਹੋ ਰਿਹਾ? ਉਦੋਂ ਦੁਨੀਆ ਇਸ ਕਿਸਮ ਦੀ ਸੀ ਜਿਨ੍ਹਾਂ ਨੂੰ ਨਹੀਂ ਪਾ ਲੱਗਿਆ ਹੁੰਦਾ। ਉਹ ਕਹਿਣ ਲੱਗੀ ਅਮਰੂ ਨਥਾਣਾ ਹੋਣਾ, ਜਿਹਨੂੰ ਕਿਤੇ ਕੋਈ ਜਗ੍ਹਾ ਨਹੀਂ ਮਿਲਦੀ, ਉਹ ਕੁੜਮਾਚਾਰੀ ਚ ਵਿਚਾਰਾ ਗਾਗਰ ਢੋਂਦਾ, ਪਾਣੀ ਦੀ ਸੇਵਾ ਕਰਦਾ। ਆਏ ਕਿਹਾ ਤੇ ਗੁਰੂ ਸਾਹਿਬ ਦੇ ਕੰਨੀ ਬਾਜ ਪੈ ਗਈ। ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਚੱਲੀਏ, ਮੈਂ ਨਥਾਵਾਂ ਨਹੀਂ ਹਾਂ, ਮੈਂ ਥਾਂ ਵਾਲਾ, ਅੱਜ ਮੈਂ ਗੁਰੂ ਵਾਲਾ। ਇੰਨਾ ਬਚਨ ਕਹਿ ਕੇ ਤੁਰ ਪਏ। ਉਹ ਜਲਾਹੀ ਕਮਲੀ ਹੋ ਗਈ, ਆਪ ਤਵਾਬ ਗੱਲਾਂ ਵੱਧ ਘੱਟ ਬੋਲਣ ਲੱਗ ਗਈ। ਹੁਣ ਜਲਾਹੇ ਨੂੰ ਪਤਾ ਸੀ ਗੁਰੂ ਦੂਜੇ ਪਾਤਸ਼ਾਹ ਸ਼ਕਤੀਵਾਨ ਗੁਰੂ ਹੈ, ਸਵੇਰ ਨੂੰ ਉੱਥੇ ਲੈ ਕੇ ਆ ਗਿਆ। ਬੇਨਤੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ, ਸੱਚੇ ਪਾਤਸ਼ਾਹ ਮਿਹਰ ਕਰੋ, ਤੁਹਾਡਾ ਸੇਵਾਦਾਰ ਰਾਤ ਕਿਤੇ ਖੱਡੀ ਵਿੱਚ ਵੱਜਿਆ, ਖੜਕਾ ਹੋਇਆ, ਮੇਰੇ ਘਰ ਵਾਲੀ ਨੇ ਕੋਈ ਗਲਤ ਬੋਲ ਦਿੱਤੇ ਤਾਂ ਇਹ ਆਪਣਾ ਇਹਨਾਂ ਨੇ ਬਚਨ ਕਰਤਾ ਬਈ ਮੈਂ ਥਾਂ ਵਾਲਾ, ਤੇ ਉਹ ਝੱਲੀ ਹੋ ਗਈ। ਝੱਲੀ ਕਹਿਤਾ, ਝੱਲੀ ਹੋ ਗਈ, ਕਮਲੀ ਹੋ ਗਈ। ਤੇ ਫਿਰ ਗੁਰੂ ਸਾਹਿਬ ਨੇ ਸਾਰਾ ਮੁਖਾਰ ਬਿੰਦੋਂ ਬਚਨ ਸੁਣ ਕੇ ਤੇ ਗੁਰੂ ਸਾਹਿਬ ਨੇ ਕਿਹਾ, ਜਾਓ ਬਈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਇਸ਼ਨਾਨ ਪਾਣੀ ਕਰਾ ਕੇ ਸਾਰੇ ਵਸਤਰ ਨਵੇਂ ਪਵਾ ਕੇ ਲੈ ਕੇ ਆਓ। 11 ਸਾਲ ਗਾਗਰ ਢੋਈ ਸੀ ਤੀਜੇ ਪਾਤਸ਼ਾਹ ਨੇ, 11 ਪਰ ਨਹੀਂ ਉਹਨਾਂ ਦੇ ਸੀਸ ਉੱਪਰ ਸੀ। ਤੇ ਲਾ ਕੇ ਸਾਰੇ ਉਹੀ ਵਸਤਰ, ਸੋਹਣੇ ਵਸਤਰ ਪਵਾ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਲਿਆ ਕੇ ਉਹਨਾਂ ਨੂੰ ਬਹਾ ਦਿੱਤਾ।
गुरु साहब ने 5 पैसे नरेल रख के जिन्ना समा रहिंदा सी ਉਹ सारा हुक्म करन लगे, भाई संगत जी अज तो साडा रूप ये गुरु साडे अमरदास जी है, तुसीं इन्हां नूं मत्था टेकना। एडी पदवी बख्शी गुरु दूजे पातशाह ने, गुरु अंगद देव जी महाराज ने तीजे पातशाह नूं जिन्हां गुरुआं ने बख्शिया उन्हां दा अज जन्म दिहाड़ा है। इसलिए गुरमुख प्यारिओ अज बाबा नैण सिंह जी महाराज की याद विच जिहड़ा बरसी का दिहाड़ा, इन्हां महापुरुषां ने 7 साल गागर लियांदी 24 किलोमीटर तो रोज जाना, हर रोज वापस आउणा, दिने सेवा करनी। जदों सोदर रह रास का पाठ शुरू हुंदा सी उदों गागर लैके जानी। एक घड़ौंची हुंदी सी आए लक्कड़ दी, वो लक ना बन के रखनी बई किते लोड़ पै जे रखण दी, ते सीस उत्ते मड़ासा मार के गागर चकनी ते गागर लैके जाना। उदों दसदे सी सेवादार बई जदों बाबा जी तुरदे सी ना अपनी चाल तां माड़े मोटे भज के रल सकदे सी, ऊँ बाबा जी दे बराबर नहीं सी कोई तुर सकदा। बाबा जी ने 9-10 बजे पहुँच जाना, 2 घंटे आराम नितनेम करके 12:30 बजे स्नान करके फिर गागर चुक लेनी, अंमृत वेले नानसर फिर पहुँच जाना। आ सेवा धन धन बाबा नरैण सिंह जी महाराज दी सी। जी ये गागर लैके फिर एक दिन परीक्षा का तो कई टाइम आए, पर जदों बाबा जी ने फिर गागर बंद की, एक दिन आउंदिया डल्ले वाली नहर ते कुत्ता लग गया नाल बाबा जी दे लत्तां दे नाल। बाबा जी ने सोचा भी जल सकण वाला नहीं रहा, मन पक्के दी गागर आहो, क्यों वो किथे किथे वरती जाती सी। गुरु साहब वास्ते 3 टाइम जल वरतना उत्थे वरती जाती सी, लंगर विच जिहड़ा पानी वरतना सी गुरु साहब दे थाल वास्ते उत्थे वरत्या जांदा सी, बाबा जी दे छकण वास्ते पानी वरत्या जांदा सी। हर रोज हुक्म सी लियाउण दा। जदों बाबा जी उत्थों गागर डोल के डल्ले वाली नहर ते 14 किलोमीटर वापस गए, दोबारे भर के फिर बाबा जी आए। हुण टाइम ज़्यादा चढ़ गया, 1.5-2 घंटे वध लग गए। उधर बाबा जी टहली जान जिथे अपने गागरसर बनया नानकसर कलेरी जगह, उत्थे खंड पाठ चलते रहंदे आ। बाबा ईसर सिंह जी महाराज उत्थे टहली जान बई की गल अज इन्ना लेट क्यों हो गए। ते जदों बाबा जी आए भोग पै चुकिया सी अंमृत वेले दा, ते बाबा जी जदों आए ते बाबा जी नूं कहण लगे, बाबा नरैण सिंह जी नूं बई उरे ही आ जा। चक्कर विच आए, की गल अज लेट क्यों हो गया। बाबा जी मेरे नाल कुत्ता लग गया सी ते मैनूं ऐ लग्या भी ये जल छकण वाला नहीं। मैं उत्थों डोल के फिर दुबारे गया, दुबारे भर के लियाया, तां करके बाबा जी लेट हो गया। बाबा जी कहण लगे, कुत्ता तो तेरियां लत्तां च लग्या होऊ ते गागर क्यों डोल दिती। बाबा जी मैनू ऐ लग्या कि भी किते सिट्टा ना पै गया होवे सूखम जिहा भी गागर ते आप जियां दे छकण वाला नहीं रहा। ते बाबा जी ने जिहड़ा परना हुंदा है अपना वो मड़ासा मारिया सीस ते, गागर आप फड़ के आपदे सीस ते लैके गए। बाबा जी नूं सभा जंग फड़ाया बाबा नरैण सिंह जी नूं ते कहण लगे साडे मंग राजा। गागर लिजा के अंदर रखी, रख के बाबा ईसर सिंह जी महाराज ने बाबा नरैण सिंह जी नूं गलफड़ी विच लिया। फिर की बचन कीता, संत जी अज तो सोडी सेवा हुण तुसी दुबारे नहीं लैके आउणी गागर, तुहाडी सेवा मंजूर है। ते बाबा जी कहण लगे, बाबा जी
ਦਾਸ ਤੋਂ ਕੋਈ ਭੁੱਲ ਹੋ ਗਈ। ਬਾਬਾ ਜੀ ਕਹਿਣ ਲੱਗੇ ਭੁੱਲ ਨਹੀਂ, ਬਸ ਹੁਣ ਇੰਨਾ ਚਿਰ ਹੀ ਲਿਆਉਣੀ ਸੀ। ਤੁਸੀਂ ਪਾਣੀ ਇੱਥੇ ਲੌਂਗ ਲੈਚੀਆਂ ਪਾ ਕੇ ਗਾਗਰ ਪਾਣੀ ਦੀ ਵਾਲ ਕੇ ਰੱਖਿਆ ਕਰੋ, ਅਸੀਂ ਉਹੀ ਜਲ ਦਾ ਭੋਗ ਲਵਾਵਾਂਗੇ, ਉਹੀ ਅਸੀਂ ਆਪ ਛਕਾਂਗੇ ਤੇ ਸਾਡੀ ਹਜ਼ੂਰੀ ਸੇਵਾ ਵਿੱਚ ਰਹੋਗੇ। ਬਾਬਾ ਨਰੈਣ ਸਿੰਘ ਜੀ ਮਹਾਰਾਜ ਨੇ ਰਾਤ ਨੂੰ 12:30 ਵਜੇ ਬਾਬਾ ਜੀ ਦਾ ਇਸ਼ਨਾਨ ਕਰਾਉਣਾ, ਇੱਕ ਟਾਈਮ ਪ੍ਰਸ਼ਾਦਾ ਛਕਾਉਣਾ, ਬਾਬਾ ਜੀ ਨੂੰ ਹਰ ਵਕਤ ਹਾਜ਼ਰੀ ਵਿੱਚ ਰਹਿਣਾ। ਕੋਈ ਜ਼ਰੂਰੀ ਕੰਮ ਸਲਾਹ ਮਸ਼ਵਰੇ ਉਹ ਬਾਬਾ ਜੀ ਨਾਲ ਹੁੰਦੇ ਸੀ। ਇਹ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੇ ਉਹ ਮਹਾਨ ਸੇਵਾ ਕੀਤੀ ਆ। ਇਸ ਤਰ੍ਹਾਂ ਭਾਈ ਜਿਹੜੀ ਮਹਾਂਪੁਰਸ਼ਾਂ ਦੀ ਕਰਨੀ ਤੇ ਕਮਾਈ ਹੁੰਦੀ ਹੈ, ਉਹਦੇ ਨਾਲ ਹੀ ਅੱਗੇ ਨਾਂ ਵੱਧਦਾ ਹੈ। ਇਸੇ ਲਈ ਜਿੱਥੇ ਗੁਰੂ ਦੀ ਵਡਿਆਈ ਹੈ, ਨਾਲ ਉਹਨਾਂ ਦੇ ਪਿਆਰਿਆਂ ਦੀ ਵੀ ਵਡਿਆਈ ਹੈ। ਵਡਿਆਈ ਸੱਚੇ ਨਾਮ ਕੀ, ਹਉ ਜੀਵਾ ਸੁਣ ਸੁਣੇ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਾਕਤ। ਕਿਹਦਾ ਦਰਬਾਰ ਵੱਡਾ ਹੈ? ਗੁਰੂ ਸਾਹਿਬ ਦਾ ਦਰਬਾਰ ਵੱਡਾ ਹੈ। ਜਿਹੜੇ ਉਹਨਾਂ ਦੇ ਮਹਾਂਪੁਰਸ਼ ਪਿਆਰੇ ਉਹ ਦੁਨੀਆ ਤੇ ਆਉਂਦੇ ਆ, ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੋੜਦੇ ਆ। ਉਹ ਫਿਰ ਸੰਗਤਾਂ ਸਾਰੀ ਜ਼ਿੰਦਗੀ ਯਾਦ ਕਰਦੀਆਂ। ਇਸ ਲਈ ਗੁਰਮੁਖ ਪਿਆਰਿਓ, ਅਸੀਂ ਆਉਣਾ ਤਾਂ ਸੀਗਾ 24 ਤਰੀਕ ਨੂੰ, ਕਿਉਂ 24 ਤੋਂ 28 ਆਪਣਾ ਪ੍ਰੋਗਰਾਮ ਹੁੰਦਾ ਹੈ। ਉੱਥੇ ਸਾਡੇ ਜਿਹੜੇ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ 13 ਸਥਾਨ ਬਣਾਏ ਆ ਆਪਣੀ ਮੌਜੂਦਗੀ ਵਿੱਚ। ਉਹਨਾਂ 13 ਸਥਾਨਾਂ 'ਚ ਗੁਲਾਬੀ ਬਾਗ ਵੀ ਹੈ, ਗੁਰਦੁਆਰਾ ਨਾਨਕਸਰ, ਉਹਨਾਂ 13 ਵਿੱਚ ਬਰਨਾਲਾ ਵੀ ਹੈ। ਚਲੋ ਇਹ ਤਾਂ ਮੈਂ ਨਾ ਗਿਣਾ ਹਜੇ। ਮਹਿਲ ਕਲਾਂ ਵੀ ਹੈ ਇੱਕ। ਉੱਥੇ ਸਾਡੇ ਇੱਕ ਜਿਹੜੇ ਭਾਈ ਹਰਨਾਮ ਸਿੰਘ ਸੀ, ਸੰਤ ਹਰਨਾਮ ਸਿੰਘ ਕਹਿ ਦਈਏ, ਉਹ ਆਪਣਾ 5 ਭੂਤਕ ਸਰੀਰ ਬਦਲ ਗਏ ਸੀ। ਸਾਨੂੰ ਉਹ ਇੱਕ ਡਿਊਟੀ ਲਾ ਕੇ ਗਏ ਸੀ, ਬਈ ਬਾਬਾ ਜੀ ਨਾਨਸਰ ਵੱਲੋਂ ਹੋਰ ਤਾਂ ਸਾਨੂੰ ਪਤਾ ਨਹੀਂ ਵੀ ਕੋਈ ਬੰਦਾ ਕਿਵੇਂ ਕਰੇਗਾ, ਤੇ ਸਾਨੂੰ ਇਹ ਵਿਸ਼ਵਾਸ ਹੈ ਬਈ ਇੱਥੋਂ ਦਾ ਜਿਹੜੀ ਸੇਵਾ ਸੰਭਾਲ ਪ੍ਰੋਗਰਾਮ ਹੈ ਉਹ ਤੁਸੀਂ ਬਾਬਾ ਜੀ ਨਿਗਰਾਨੀ ਕਰ ਦਿਓ। ਇਸ ਲਈ ਤੇ ਅਸੀਂ ਇਹ ਸਮਾਂ ਹੁਣ ਅਸੀਂ ਇੰਨਾ ਹੀ ਲਾਉਨੇ ਆ, ਆਪਾਂ ਇਹਨਾਂ ਤੋਂ ਸੁਣਾਂਗੇ। ਇਸ ਤਰ੍ਹਾਂ ਬਾਬਾ ਜੀ ਦੀਆਂ ਕਰਨੀਆਂ ਕਮਾਈਆਂ, ਉਹਨਾਂ ਦੀ ਕਿਰਪਾ ਕੀਤੀ। ਇਹ ਜਿਹੜੇ ਸਥਾਨ ਹੈ ਇਹ ਨਿਰੇਸ਼ਿਤ ਸਥਾਨ ਹੈ, ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵਾ। ਕੱਲ ਨੂੰ 26 ਖੰਡ ਪਾਠਾਂ ਦੇ ਭੋਗ ਪੈਣਗੇ, ਹੋਰ ਵੀ ਸਾਧੂ ਮਹਾਤਮਾ ਆਉਣਗੇ। ਆਪਾਂ ਕੱਲ ਨੂੰ ਵੀ ਆਨੰਦ ਮਾਣਨਾ, ਸਾਰੀ ਸੰਗਤ ਨੇ ਵੱਧ ਚੜ ਕੇ ਆਉਣਾ। ਅਸੀਂ ਹੁਣ ਸਮਾਪਤੀ ਕਰਦੇ ਹਾਂ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਾਨੂੰ ਪਤਾ ਲੱਗਿਆ ਵੀ ਆਪਾਂ ਅੰਮ੍ਰਿਤ ਦਾ ਵੀ ਇੱਥੇ ਵਾਟਾ ਤਿਆਰ ਕੀਤਾ। ਬਾਬਾ ਜੀ ਕਿਰਪਾ ਕਰਦੇ ਸੀ, ਜਿੰਨਾ ਚਿਰ ਬੰਦਾ ਅੰਮ੍ਰਿਤ ਨਹੀਂ ਨਾ ਸਕਦਾ ਉਹਨਾਂ ਚਿਰ ਉਹ ਨਗੋਰਾ ਹੈ, ਨਗੋਰੇ ਦਾ ਨਾਂ ਬੁਰਾ ਹੈ। ਅਸੀਂ 2 ਦੀ 65 ਇੱਕ 2 ਵਚਨ ਦੱਸ ਕੇ ਸਮਾਪਤੀ ਕਰਾਂਗੇ। ਆਪਣੇ ਆ ਬਾਬਾ ਈਸਰ ਸਿੰਘ ਜੀ ਮਹਾਰਾਜ ਗਏ ਪਟਨੇ, ਪਟਨਾ ਸਾਹਿਬ 5-6 ਦਿਨ ਲਾਏ। ਬਾਬਾ ਜੀ ਜਾਣ ਲੱਗੇ, ਉੱਥੋਂ ਦਾ ਪ੍ਰਧਾਨ ਕਮੇਟੀ ਨੇ ਬੇਨਤੀ ਕੀਤੀ, ਬਾਬਾ ਜੀ ਸਾਨੂੰ ਸਮਾਂ ਹੋਰ ਦਿਓ। ਬਾਬਾ ਜੀ ਕਹਿਣ ਲੱਗੇ ਭਾਈ ਅਸੀਂ ਗਾਹਾਂ ਜਾਣਾ। ਉੱਥੇ ਬਖਸ਼ੀ ਸਿੰਘ ਸੀ ਬਿਰਕ ਬਰਸਾਲਾਂ ਦਾ, ਉਹਨੂੰ ਲੈ ਕੇ ਆ ਗਏ। ਉਹ ਪ੍ਰਧਾਨ ਸੀ ਪਟਨਾ ਸਾਹਿਬ ਗੁਰਦੁਆਰੇ ਦਾ। ਉਹਨੇ ਬੇਨਤੀ ਕੀਤੀ ਨਹੀਂ ਬਾਬਾ ਜੀ ਸਾਨੂੰ ਤਾਂ ਹੋਰ ਟਾਈਮ ਦਿਓ। ਦੂਜੇ ਕਹਿਣ ਲੱਗੇ ਬਾਬਾ ਜੀ ਇਹ ਪ੍ਰਧਾਨ ਹੈ। ਬਾਬਾ ਜੀ ਕਹਿੰਦੇ ਵੀ ਠੀਕ ਹੈ, ਜੇ ਪ੍ਰਧਾਨ ਹੈ ਇਹ ਸਾਡਾ ਵਚਨ ਮੰਨ ਲਵੇ ਤੇ ਅਸੀਂ ਫਿਰ ਤੁਹਾਡਾ ਵਚਨ ਮੰਨ ਲਾਂਗੇ। ਉਹ ਪ੍ਰਧਾਨ ਨੇ ਸੋਚਿਆ ਵੀ ਮਹਾਂਪੁਰਸ਼ ਹੈ, ਸਾਰੇ ਮਹਾਂਪੁਰਸ਼ਾਂ ਨੂੰ 5000 ਤਾਂ ਲਿਫਾਫੇ 'ਚ ਪਾ ਕੇ ਦਿੰਨੇ ਹੀ ਆ। ਇਹ ਉਹਨਾਂ ਸਮਿਆਂ ਦੀ ਗੱਲ ਹੈ 61-62 ਦੀ। ਬਈ ਚਲੋ ਇਹਨਾਂ ਮਹਾਂਪੁਰਸ਼ਾਂ ਨੂੰ ਜ਼ਿਆਦੇ ਦੇ ਦਿਆਂਗੇ। ਬਾਬਾ ਜੀ ਕਹਿੰਦੇ ਵੀ ਬਖਸ਼ੀਸ਼ਾਂ ਵਿਚਾਰ ਲਾ, ਤੈਨੂੰ ਸਾਡਾ ਵਚਨ ਮੰਨਣਾ ਪਵੇਗਾ, ਫਿਰ ਅਸੀਂ ਤੁਹਾਡਾ ਵਚਨ ਮੰਨ ਕੇ ਤੁਹਾਨੂੰ ਟਾਈਮ ਦੇ ਦਿੰਦੇ ਆ।
फिर दूजी गेर राय करन लग्या कमेटी नाल। चलो बड़े महापुरुष है कलेरां वाले, आपां औखे सौखे 50,000 दे देंगे। ये सोच ली। कहंदे बाबा जी जो हुक्म करोगे मैं उही मन्नू, ते पर सानू टाइम जरूर दे दिओ। बाबा जी कहंदे ठीक है बई। कमेटी वाले भी खड़े सारे, हाँ जी ठीक है। बाबा जी कृपा कर लगे, बाणी है गुरु साहब दी, बचन करे जो खिसक जे सोई नर कच्चा। ये ना होवे खिसक जामो। नहीं बाबा जी जो हुक्म करोगे करांगे। जदों बख्शी सिंह ने यह गल कही, बाबा जी कहंदे बख्शी सिंह खंडे वाटे दा अंमृत छक ला, आ रोम रख ला दाड़ा। बई बस असी टाइम दे देने आ। वो हुण पोह माघ का महीना हुंदा, पोह का जो पोह सत्या हुंदी है 10वें पातशाह का अवतार दिहाड़ा, उन्होंने तो खड़े नूं मुड़का आ गया। मुड़का च होई जावे ठंड विच। हैरान बई बाबा जी ने असी सोचते सी कलयुगी लोग भी पैसे वध देंगे, बाबा जी ने तो होर ही पत्थर रखता उत्ते। कहंदा बाबा जी मैं दाड़ा तो रख लूँ, हुण मैं बचन का थोड़ा मोड़ नहीं सकता, पर मैनू अंमृत वालों छुट्टी दे दो। बाबा जी कहते नहीं बख्शी सिंह तू बचन किया, फिर बाबा जी मेरा मन मना दो। बाबा जी कहन लगे चंगा। बाबा जी ने दीवान च बचन किए, एक दृष्टांत दिता कुत्तियां दा। बाबा जी कहन लगे भाई पिंडां विच जदों लंडर कुत्ते वध जाते हैं ना, उदों हैल्थ महकमे वालियां नूं एप्लीकेशन दिंदे आ बई जी ये हल्क के बंदियां नूं वढ़दे आ, इन्हां नूं दवाई पाओ। जदों दवाई पाउण आउंदे आ फिर वो एक होका दिंदे आ बई जिहदे गल विच पटा पाया वा ना ਉਹਨੂੰ भाई बन लो किते दवाई ना खा जाए, तो जे वो खा जाए तो केस चल जाता है। इसलिए तुसी गुरु कलगियां वाले का पटा पवाउणा, ये ना होवे कोई बांझा रह जे सोनू फिर कलयुग मार नहीं सकता। सोडा ड्रेस बदल जाएगा। जिमें 5 प्यारे अंमृत छकाउण वेले एक बचन करते हैं बई भाई अज तो जे कोई थोनू पुछे थोड़ा पिता कौन है, गुरु गोबिंद सिंह। माता जी माता साहब देवा जी, बासी आनंदपुर साहब दे। जदों ड्रेस ही बदल गया तो जामदूत किहड़े ड्रेस ते भालणगे सोनू। इसलिए गुरमुखो जिन्हां ने अंमृत नहीं छकिया अंमृत जरूर छको। 4 करैतां वड्डियां है। पहली करैत पराई इस्त्री गामी हो जाना, देख पराइयां चंगियां मामा भैणा धीआं जाने, एका नारी सदा जती पर नारी धी भैण वखाणे। दूजी करैत अपने शरीर तो रोम लुहा देने, सानू कुदरत ने धुरों दिते है। मर्द नूं मुस ते दाढ़ी दिती है, मामा नूं नहीं दिती। तीजी करैत हलाल कीता कुठा, चौथी बीड़ी तमाकू। सानू ओही बचन गुरु साहब ने कहा कलगियां वाले ने जिहड़ा साडी सेहत लई हानिकारक है। ये 4 करैतां असी इन्हां तो बचांगे, खंडे वाटे दा अंमृत सकांगे, बाबा जी दी गुरु साहब दी प्रसिद्धता होवेगी। जिवें दीन दयाल भरोसे तेरे सब परिवार चढ़ायो बेड़े। आपां सारे परिवार नूं बेड़े चढ़ाउणा। सारे भागां वाले हो। असी हुण समाप्ति करते हैं। वडियाई सच्चे नाम की हौ जीवा सुन सुने, बड़ा तेरा दरबार सच्चा तुद ताकत, बड़ी हूँ बड़ा अपार तेरा मर्तबा। तेरा घर आनंद वधाई तुद कर, मान महता तेज अपना आप जर। नानक नाम मिले वडियाई, इदों उपर कर्म नहीं, जेकर हुंदे मंगण जाइए फिर अलांबा मिला तही। जे असी गुरु साहब नूं छड्ड के ऐसे महापुरुषां नूं छड्ड के किते मंगतिआं कोले किसे टूणे टामण वालिआं कोले जावांगे, अगले कहणगे देखो गुरु का सिख किधर तुरिया फिरदा है। इसलिए गुरमुख प्यारिओ भागां वालिओ
ਅਸੀਂ ਸਮਾਪਤੀ ਕਰਦੇ ਹਾਂ। ਇਹਨਾਂ ਵਿਚਾਰਾਂ ਨੂੰ ਹਿਰਦੇ ਵਿੱਚ ਵਸਾਓਗੇ, ਫਿਰ ਤੁਹਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।